मैं तो विजय सिंगला जी ਨੂੰ ਕਹਿਣਾ ਚਾਹੁੰਦਾ ਵੀ ਜੇ ਗਲਤਫਹਿਮੀ ਹੈ ਤਾਂ ਤੁਹਾਨੂੰ ਇਹ ਖੁੱਲ੍ਹ ਕੇ ਕਹਿਣਾ ਚਾਹੀਦਾ ਵੀ ਮੇਰੇ ਨਾਲ ਸਰਕਾਰ ਨੇ ਤਸ਼ੱਦਦ ਕੀਤਾ। ਇਹ ਨਹੀਂ ਲੱਗਦਾ ਕਿ ਕਾਂਗਰਸ ਜਿਹੜਾ ਤਾਂ ਚੰਗਾ ਕੰਮ ਹੋ ਗਿਆ ਉਹ ਕਾਂਗਰਸ ਪਾਰਟੀ ਦਾ ਹੋ ਗਿਆ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ, ਤੇ ਜਿੱਥੇ ਕੁਝ ਗਲਤੀ ਹੋਗੀ ਉਹ ਕੈਪਟਨ ਸਾਹਿਬ ਦੀ। ਜਿਸ ਬੰਦੇ ਨੇ ਜਿਹੜਾ ਸਾਡੇ ਉਦੋਂ ਸੀਐਮ ਸਾਹਿਬ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਉਹ ਤਾਂ ਅੱਜ ਵੀ ਸਟਿਕ ਟੂ ਕਰਦੇ ਨੇ, ਪਰ ਮੈਂ ਹਾਂ ਇਹਨਾਂ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜਿਹੜੀ ਟੈਕਸਟਾਈਲ ਜਿਹੜਾ ਪਾਰਕ ਹੈ ਉਹ ਜ਼ਰੂਰ ਲੱਗਣਾ ਚਾਹੀਦਾ। ਕਹਿੰਦੇ ਕਿ ਲੋਕਾਂ ਵੱਲੋਂ ਨਕਾਰੇ ਹੋਏ ਲੋਕ ਤੇ ਜਿਨ੍ਹਾਂ ਨੇ ਆਪਣੇ ਰਾਜ ਦੇ ਵਿੱਚ ਕੈਪਟਨ ਸਾਹਿਬ ਦੇ ਰਾਜ ਦੇ ਵਿੱਚ ਚੰਨੀ ਸਾਹਿਬ ਦੇ ਰਾਜ ਦੇ ਵਿੱਚ ਕੁਝ ਨਹੀਂ ਕੀਤਾ ਉਹ ਸਾਨੂੰ ਮੱਤਾ ਨਾ ਦੇਣ। ਲੋਕਾਂ ਨੇ ਸਾਨੂੰ ਬਦਲਾਅ ਦੇ ਨਾਂ ਤੇ ਰਵਾਇਤੀ ਪਾਰਟੀਆਂ ਨੂੰ ਡਕਾਰ ਦਿੱਤਾ, ਨਹੀਂ ਲੈ ਕੇ ਲੋਕ ਤੁਹਾਨੂੰ ਇੱਕ ਵਧੀਆ ਬਦਲਾਅ ਦੇ ਰੂਪ ਦੇ ਵਿੱਚ ਚੁਣ ਕੇ ਅੱਗੇ ਲੈ ਕੇ ਆਏ ਤੇ ਤੁਹਾਡੀ 100 ਦੇ ਚ ਫੂਕ ਕਿਉਂ ਨਿਕਲ ਗਈ ਫਿਰ? ਨਹੀਂ ਗਲਤੀ ਦੇਖੋ, ਗਲਤੀ ਕੈਪਟਨ ਸਾਹਿਬ ਜੇ ਟੈਕਸਟਾਈਲ ਪਾਰਕ ਦੀ ਗੱਲ ਕੀਤੀ ਆ ਉਹ ਇੰਨਾ ਜ਼ਰੂਰ ਠੀਕ ਹੈ ਟੈਕਸਟਾਈਲ ਪਾਰਕ ਲੱਗਣਾ ਚਾਹੀਦਾ, ਪਰ ਟੈਕਸਟਾਈਲ ਪਾਰਕ ਲਈ ਜਗ੍ਹਾ ਜਿਹੜੀ ਹੈ ਉਹਨੂੰ ਚੇਂਜ ਕੀਤਾ ਜਾ ਸਕਦਾ, ਉਹ ਪ੍ਰੋਜੈਕਟ ਵਾਪਸ ਨਾ ਜਾਵੇ। ਜ਼ਮੀਨ ਸਾਨੂੰ ਵਿਧਾਨ ਸਭਾ ਲਈ ਦਿਓ, ਹਾਈ ਕੋਰਟ ਬਈ ਜਿੱਥੇ ਸਾਡੇ ਵਿਧਾਨ ਸਭਾ ਹੈ ਹਾਈ ਕੋਰਟ ਸਾਡੀ ਜ਼ਮੀਨ ਹੀ ਹੈ। ਆਪਾਂ ਇਹਦਾ ਮਤਲਬ ਸਾਨੂੰ ਅਸੀਂ ਸੱਤਾ ਚ ਆਉਣ ਤੋਂ ਬਾਅਦ ਲੱਗਦਾ ਸਾਡੇ ਹੋਸ਼ ਹੀ ਉੜੇ ਹੋਏ ਨੇ, ਅਸੀਂ ਆਪਣੇ ਸੈਂਸਸ ਦੇ ਵਿੱਚ ਹੀ ਨਹੀਂ ਆ। ਔਰ ਉਸ ਤੋਂ ਬਾਅਦ ਤੁਸੀਂ ਦੇਖਿਆ ਸਿਕਿਉਰਿਟੀ ਕਵਰ ਜਦੋਂ ਹਟਾਇਆ ਤੇ ਕਿੱਡੇ ਵੱਡੇ ਨੁਕਸਾਨ ਹੋਏ ਤੇ ਫਿਰ ਉਸ ਤੋਂ ਬਾਅਦ ਲਾਅ ਐਂਡ ਆਰਡਰ ਦੀ ਜੋ ਸਥਿਤੀ ਹੈ ਉਹ ਤੁਹਾਡੇ ਸਾਹਮਣੇ ਹੈ। ਲਾਅ ਐਂਡ ਆਰਡਰ ਦੇ ਵਿੱਚ ਇੰਨੀ ਥੂ ਹੋ ਚੁੱਕੀ ਸੀ, ਇੰਨੇ ਹਾਲਾਤ ਖਰਾਬ ਹੋ ਚੁੱਕੇ ਸੀ, ਉੱਤੋਂ ਜਿਹੜਾ ਇਲੈਕਸ਼ਨ ਸੀ ਸੰਗਰੂਰ ਦਾ ਉਪ ਸਭਾ ਜਿਹੜੀ ਉਪ ਚੋਣ ਹੈ ਉਹ ਸਿਰ ਤੇ ਸੀ ਔਰ ਇਹਨਾਂ ਨੇ ਸੋਚਿਆ ਵੀ ਚਲੋ ਇੱਕ ਕਾਂ ਮਾਰ ਕੇ ਆਪਣਾ ਹੀ ਟੰਗ ਦਈਏ ਇਸ ਤੋਂ ਪਹਿਲਾਂ ਕਿ ਲੋਕ ਕਹਿਣ ਵੀ ਹਾਂ ਵੀ ਬਹੁਤ ਵੱਡਾ ਕੰਮ ਕੀਤਾ ਹੈ। ਆਹ ਸਿੰਗਲਾ ਜੀ ਮੰਡੀ ਬੋਰਡ ਦੇ ਚੇਅਰਮੈਨ ਹੋਣਗੇ, ਇਹਨਾਂ ਨੂੰ ਕਿਤੇ ਨਾ ਕਿਤੇ ਕੈਬਨਿਟ ਰੈਂਕ ਤੇ ਐਡਜਸਟ, ਉਹ ਤਾਂ ਵਿਚਾਰੇ ਨੇ ਕੁਰਬਾਨੀ ਦਿੱਤੀ ਹੈ, ਇਹਨਾਂ ਨੇ ਉਹਦੀ ਕੁਰਬਾਨੀ ਲਈ। ਉਹਦਾ ਕਹਿ ਰਹੇ ਤੁਸੀਂ ਜਿਸ ਨੂੰ ਕਾਂ ਕਹਿ ਰਹੇ ਹੋ ਕਾਂ ਉਹਨਾਂ ਦੇ ਹੱਕ 'ਚ ਕਿਉਂ ਬੋਲੀ ਜਾਂਦਾ? ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ੈਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਕਿ ਜਿਹੜੇ ਪਿਛਲੇ 70-75 ਸਾਲਾਂ ਦੇ ਵਿੱਚ ਸਰਕਾਰਾਂ ਕੰਮ ਨਹੀਂ ਕਰ ਪਾਈਆਂ ਅਸੀਂ ਉਹ ਕਰਕੇ ਦਿਖਾ ਰਹੇ ਹਾਂ। ਪਰ ਇਸ ਦੇ ਉਲਟ ਓਪੋਜੀਸ਼ਨ ਆਮ ਆਦਮੀ ਪਾਰਟੀ ਦੇ ਹਰ ਇੱਕ ਕਦਮ ਨੂੰ ਨਿੰਦਦੀ ਹੋਈ ਨਜ਼ਰ ਆ ਰਹੀ ਹੈ, ਹਰ ਇੱਕ ਕਦਮ ਦੇ ਵਿੱਚ ਖਾਮੀਆਂ ਕੱਢਦੀ ਹੋਈ ਨਜ਼ਰ ਆ ਰਹੀ ਹੈ। ਇਸ ਵਕਤ ਮੇਰੇ ਨਾਲ ਡਿਪਟੀ ਐਲਓਪੀ ਰਾਜਕੁਮਾਰ ਚੱਬੇਵਾਲ ਜੀ ਮੌਜੂਦ ਨੇ, ਜਿਨ੍ਹਾਂ ਵੱਲੋਂ ਜਿਹੜੀ ਏਜੀ ਆਫਿਸ ਦੇ ਵਿੱਚ ਨਿਯੁਕਤੀਆਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਐਸਸੀ ਬੀਸੀ ਦਾ ਰਾਖਵੇਂਕਰਨ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਕੀ ਕਹਿਣਾ ਚਾਹੋਗੇ ਇਸ ਮਾਮਲੇ ਨੂੰ ਲੈ ਕੇ, ਕਿਉਂ ਤੁਹਾਡੇ ਵੱਲੋਂ ਇਹ ਜਿਹੜਾ ਮਾਮਲਾ ਚੱਕਿਆ ਜਾ ਰਿਹਾ? ਦੇਖੋ ਇਹ ਉਹ ਪਾਰਟੀ ਆ ਜਿਹੜੀ ਬਦਲਾਅ ਦੇ ਨਾਂ ਤੇ ਸੱਤਾ 'ਚ ਆਈ ਹੈ। ਇਹ ਉਹ ਪਾਰਟੀ ਹੈ ਜਿਹੜੀ ਆਪਣੇ ਆਪ ਨੂੰ ਇੱਕ ਕ੍ਰਾਂਤੀਕਾਰੀ ਸੋਚ ਵਾਲੀ ਪਾਰਟੀ ਦੱਸਦੀ ਹੈ ਔਰ ਲੋਕਾਂ ਨੇ ਬਦਲਾਅ ਦੇ ਨਾਮ ਤੇ ਇਹਨਾਂ ਨੂੰ 92 ਸੀਟਾਂ ਦੇ ਨਾਲ ਨਵਾਜਿਆ ਔਰ ਇਹ ਉਹ ਸਰਕਾਰ ਹੈ ਜਿਨ੍ਹਾਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ, ਸ਼ਹੀਦ ਭਗਤ ਸਿੰਘ ਦੀਆਂ ਫੋਟੋ ਜਿਨ੍ਹਾਂ ਨੇ ਸਹੁੰ ਵੀ ਜਿਹੜੀ ਖਟਖੜ ਕਲਾਂ ਚੱਕੀ ਹੈ ਤੇ ਫੋਟੋਆਂ ਹਰ ਜਗ੍ਹਾ ਲਾਈਆਂ ਤੇ ਅਸੀਂ ਇਹਨਾਂ ਨੂੰ ਬਸ ਅੱਜ ਮੈਂ ਇਹੀ ਬੇਨਤੀ ਕਰਨ ਆਇਆ ਵੀ ਭਾਈ ਜੇ ਆਪਾਂ ਇਹਨਾਂ ਦੀਆਂ ਫੋਟੋ ਲਾਈਆਂ ਤਾਂ ਇਹਨਾਂ ਦੀ ਵਿਚਾਰਧਾਰਾ ਤੇ ਚੱਲਣ ਦੀ ਜ਼ਰੂਰਤ ਹੈ, ਇਹਨਾਂ ਦੀ ਜੋ ਸੋਚ ਹੈ ਉਸ ਤੇ ਚੱਲਣ ਦੀ ਜ਼ਰੂਰਤ। ਆਪਣੇ ਆਪ ਨੂੰ ਸੰਵਿਧਾਨ ਦੇ ਰਾਖੇ ਸਮਝਦੇ ਨੇ, ਆਪਣੇ ਆਪ ਨੂੰ ਕਹਿੰਦੇ ਨੇ ਜੀ ਅਸੀਂ ਬਿਲਕੁਲ ਸੰਵਿਧਾਨ ਦੀ ਰੱਖਿਆ ਕਰਾਂਗੇ, ਕਾਨੂੰਨ ਦੇ ਤਹਿਤ ਚੱਲਾਂਗੇ, ਜੋ ਕਾਨੂੰਨ ਬਣਾਏ ਉਸ ਦੇ ਅਕੋਰਡਿੰਗਲੀ ਕੰਮ ਕਰਾਂਗੇ। ਪਰ ਦੇਖਣ ਨੂੰ ਪਿੱਛੇ ਜੋ ਮੇਰਾ ਖਿਆਲ ਅਪ੍ਰੈਲ ਦੀ ਗੱਲ ਹੈ ਕਿ 21 ਅਪ੍ਰੈਲ ਨੂੰ ਇੱਕ ਜਿਹੜਾ ਵਿਗਿਆਪਨ ਜਾਰੀ ਹੋਇਆ, ਉਸ ਵਿਗਿਆਪਨ ਦੇ ਵਿੱਚ 178 ਜਿਹੜੀਆਂ ਅਸਾਮੀਆਂ ਉਹ ਲਾਅ ਆਫੀਸਰ ਦੀਆਂ ਜਿਹੜੀਆਂ ਪ੍ਰਕਾਸ਼ਿਤ ਹੋਈਆਂ ਔਰ ਉਸ ਜਦੋਂ ਅਸਾਮੀਆਂ ਪ੍ਰਕਾਸ਼ਿਤ ਹੋਈਆਂ ਤੇ ਜਦੋਂ ਜਿਹੜੇ ਐਲੀਜੀਬਲ ਕੈਂਡੀਡੇਟਸ ਨੇ ਜਦੋਂ ਉਹਨਾਂ ਨੇ ਦੇਖਿਆ ਤਾਂ ਉਸ ਦੇ ਵਿੱਚ ਕਿਤੇ ਵੀ ਜਿਹੜੇ ਲੋਕ 65% ਨੇ ਕਰੀਬ, ਜਿਹੜੇ ਲੋਕ ਪੰਜਾਬ ਦੀ ਆਬਾਦੀ ਦਾ ਬਹੁਤ ਵੱਡਾ ਹਿੱਸਾ ਪਾਉਂਦੇ ਨੇ ਬਣਾਉਂਦੇ ਨੇ, ਉਹਨਾਂ ਦੇ ਹੱਕ ਜਿਹੜੇ ਸੀ 37% ਹੱਕ ਦੀ ਉਹ ਗੱਲ ਕਰਦੇ 65% ਵਾਲੇ ਔਰ ਉਹ ਕਿਤੇ ਵੀ 37% ਦੀ ਗੱਲ ਨਹੀਂ ਹੋਈ। ਐਸਸੀ ਬੀਸੀ ਰਿਜ਼ਰਵੇਸ਼ਨ ਦੀ ਗੱਲ ਜਿਹੜੀ ਹੈ ਉਸ ਵਿਗਿਆਪਨ ਦੇ ਵਿੱਚ ਨਹੀਂ ਕੀਤੀ ਗਈ, ਜਦ ਕਿ ਕਾਨੂੰਨ ਇਹ ਕਹਿੰਦਾ ਹੈ, ਇਹਨਾਂ ਦਾ ਆਪਣਾ ਕਾਨੂੰਨ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਕਾਨੂੰਨ ਕਹਿੰਦਾ ਕਿ ਕੋਈ ਵੀ ਤੁਸੀਂ ਜਦੋਂ ਐਡਵਰਟੀਜ਼ਮੈਂਟ ਦੇਣੀ ਹੈ ਜਾਂ ਸਰਵਿਸਿਜ਼ ਦੀ ਨੌਕਰੀਆਂ ਦੀ ਗੱਲ ਕਰਨੀ ਹੈ, ਈਵਨ ਮੁਹੱਲਾ ਕਲੀਨਿਕਸ ਵਿੱਚ ਡਾਕਟਰ ਦੀਆਂ ਪੋਸਟਾਂ ਕੱਢ ਰਹੇ ਉੱਥੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਾ ਰਹੀ, ਉਹ ਵੀ ਸੰਵਿਧਾਨ ਤੇ ਕਾਨੂੰਨ ਦੇ ਖਿਲਾਫ ਕੀਤਾ ਜਾ ਰਿਹਾ। ਸੋ ਅੱਜ ਮੈਂ ਉਸ ਮੁੱਦੇ ਨੂੰ ਲੈ ਕੇ ਆਇਆ ਸੀ। ਪਹਿਲਾਂ ਆਪਾਂ ਵਿਧਾਨ ਸਭਾ ਦੇ ਵਿੱਚ ਵੀ ਇਹਨੂੰ ਚੁੱਕਿਆ ਔਰ ਇੱਥੋਂ ਤੱਕ ਕਿ ਨੈਸ਼ਨਲ ਕਮਿਸ਼ਨ ਨੇ ਵੀ ਇਹਨਾਂ ਨੂੰ ਲਿਖਿਆ ਕਿ ਭਾਈ ਤੁਹਾਡਾ ਬਣਾਇਆ ਹੋਇਆ ਕਾਨੂੰਨ ਹੈ, ਇਸ ਕਾਨੂੰਨ ਦੇ ਖਿਲਾਫ ਨਾ ਜਾਓ ਤੇ ਜੋ ਬਣਦਾ ਹੱਕ ਹੈ ਆਪਣੀ ਜਿਹੜੀ ਐਡਵਰਟੀਜ਼ਮੈਂਟ ਹੈ ਉਹਨੂੰ ਦੁਬਾਰਾ ਇਸ਼ੂ ਕਰੋ। ਪਰ ਉਸ ਦੇ ਵੀ ਖਿਲਾਫ ਜਾ ਕੇ
2 ਸਟੈਪ ਅੱਗੇ ਜਾ ਕੇ ਇਹਨਾਂ ਨੇ ਜਿਹੜਾ ਹਾਈ ਕੋਰਟ ਹੈ ਉਸ ਦੇ ਵਿੱਚ ਆਪਣਾ ਰਿਟ ਪਟੀਸ਼ਨ ਦਾਇਰ ਕਰ ਦਿੱਤਾ। ਉਹ ਕਹਿੰਦੇ ਕਿ ਲੋਕਾਂ ਵੱਲੋਂ ਨਕਾਰੇ ਹੋਏ ਲੋਕ ਤੇ ਜਿਨ੍ਹਾਂ ਨੇ ਆਪਣੇ ਰਾਜ ਦੇ ਵਿੱਚ ਕੈਪਟਨ ਸਾਹਿਬ ਦੇ ਰਾਜ ਦੇ ਵਿੱਚ ਚੰਨੀ ਸਾਹਿਬ ਦੇ ਰਾਜ ਦੇ ਵਿੱਚ ਕੁਝ ਨਹੀਂ ਕੀਤਾ ਉਹ ਸਾਨੂੰ ਮੱਤਾ ਨਾ ਦੇਣ। ਨਹੀਂ ਦੇਖੋ ਗੱਲ ਹੈ ਵੀ ਮੈਂ ਗੱਲ ਮੈਨੂੰ ਪੂਰੀ ਕਰ ਲੈਂਦੇ ਹੋ ਕਿ ਜਿਹੜੀ ਰਿਟ ਪਟੀਸ਼ਨ ਇਹਨਾਂ ਨੇ ਦਾਇਰ ਕਰਤੀ, ਕਹਿੰਦੇ ਜੀ ਮੈਂ ਇਹ ਪਹਿਲੀ ਸਰਕਾਰ ਦੇਖੀ ਹੈ ਜਿਹੜੀ ਆਪਣੇ ਕਾਨੂੰਨ ਦੇ ਖਿਲਾਫ ਜਾ ਰਹੀ ਹੈ। ਕਹਿੰਦੇ ਜੀ ਸਾਨੂੰ ਤਾਂ ਐਫੀਸ਼ੀਐਂਟ ਲੋਕ ਚਾਹੀਦੇ ਨੇ, ਅਸੀਂ ਨਹੀਂ ਇਹ ਕੰਮ ਕਰ ਸਕਦੇ। ਸੋ ਇੱਕ ਤਰ੍ਹਾਂ ਦੇ ਨਾਲ 65% ਲੋਕਾਂ ਦੇ ਨਾਲ ਧੋਖਾ, 65% ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਲੀਡਰਾਂ ਬਾਰੇ ਜ਼ਰੂਰ ਗੱਲ ਕਰਦੇ ਨੇ ਜੀ, ਨਕਾਰੇ ਹੋਏ ਨੇ ਜੀ ਫਲਾਂ, ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਅਸੀਂ ਠੀਕ ਹੈ ਲੋਕਾਂ ਨੇ ਸਾਨੂੰ ਬਦਲਾਅ ਦੇ ਨਾਂ ਤੇ ਰਵਾਇਤੀ ਪਾਰਟੀਆਂ ਨੂੰ ਨਕਾਰ ਦਿੱਤਾ, ਨਹੀਂ ਲੈ ਕੇ ਆਏ ਲੋਕ, ਤੁਹਾਨੂੰ ਇੱਕ ਵਧੀਆ ਬਦਲਾਅ ਦੇ ਰੂਪ ਦੇ ਵਿੱਚ ਚੁਣ ਕੇ ਅੱਗੇ ਲੈ ਕੇ ਆਏ ਤੇ ਤੁਹਾਡੀ 100 ਦਿਨ ਚ ਫੂਕ ਕਿਉਂ ਨਿਕਲ ਗਈ? ਫਿਰ 100 ਦਿਨ ਬਾਅਦ ਜਦੋਂ ਰਿਜ਼ਲਟ ਉੱਥੇ ਆਇਆ ਸੰਗਰੂਰ ਦੇ ਉਪ ਚੋਣ ਦਾ, ਫਿਰ ਤੁਸੀਂ ਜਿੱਥੋਂ ਤੁਹਾਡੀ ਕ੍ਰਾਂਤੀ ਸ਼ੁਰੂ ਹੋਈ ਸੀ, ਜਿੱਥੇ ਤੁਹਾਡੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ, ਤਾਂ ਫਿਰ ਉੱਥੇ ਜੜ੍ਹਾਂ ਕਿਉਂ ਪੁੱਟ ਹੋ ਗਈਆਂ ਤੁਹਾਡੀਆਂ? ਫਿਰ ਤੁਸੀਂ ਗੱਲ ਕਰਦੇ ਹੋ ਲੋਕਾਂ ਨੂੰ ਨਸੀਹਤਾਂ ਦੇਣੀਆਂ ਬਹੁਤ ਸੌਖੀਆਂ ਨੇ, ਪਰ ਮੈਂ ਕਹਿੰਦਾ ਵੀ ਜੇ ਅਸੀਂ ਵਿਰੋਧੀ ਧਿਰ ਦੇ ਵਿੱਚ ਬੈਠ ਕੇ ਕੁਝ ਗੱਲ ਕੋਈ ਇਸ਼ੂ ਚੱਕ ਰਹੇ ਆ ਤਾਂ ਇਹਨਾਂ ਦੀ ਸ਼ਾਇਦ ਬੈਟਰਮੈਂਟ ਲਈ ਹੋਵੇ, ਕਿਉਂਕਿ ਲੋਕ ਅੱਜ ਨਿਰਾਸ਼ ਨੇ। ਲੋਕਾਂ ਨੇ ਦੱਸ ਦਿੱਤਾ ਕਿ ਅਸੀਂ ਵੀ ਤੁਹਾਤੋਂ ਲੋਕ 25-30% ਲੋਕ ਤਾਂ ਘਰੋਂ ਬਾਹਰ ਹੀ ਨਹੀਂ ਨਿਕਲੇ ਇਹਨਾਂ ਦੀ ਵੋਟ ਦੇਣ ਲਈ। ਸੋ ਇਸ ਕਰਕੇ ਇਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਰਾਹੀਂ ਕਿ ਆਪਣਾ ਜਿਹੜਾ ਫੈਸਲਾ ਇਸ ਨੂੰ ਵਾਪਸ ਲੈਣ। ਪਰ ਜਿਹੜਾ ਬਿਜਲੀ ਦੇ ਰਾਖਵੇਂ, ਜਿਹੜਾ ਬਿਜਲੀ ਦੀ ਮਾਫੀ ਨੂੰ, ਜਿਹੜਾ ਯੂਨਿਟ ਮਾਫ ਕਰਨ ਨੂੰ ਲੈ ਕੇ ਉਹਦੇ ਵਿੱਚ ਰਾਖਵੇਂ ਕਰਨ ਦੀ ਅੱਜ ਗੱਲ ਕੀਤੀ ਗਈ ਹੈ, ਉਸ ਦਾ ਸਵਾਗਤ ਕਰਦੇ ਹੋ? ਨਹੀਂ ਅੱਜ ਤਾਂ ਮੈਨੂੰ ਕੀ, ਅੱਜ ਦਾ ਕੋਈ ਬਿਆਨ ਅਲੱਗ ਹੈ। ਹਾਂ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 600 ਯੂਨਿਟ ਜਿਹੜੇ SCBC ਨੂੰ ਉਹਦੇ ਤੇ ਉਹ ਨਹੀਂ ਹੋਊਗਾ। ਨਹੀਂ ਉਹ ਤਾਂ ਪਹਿਲਾਂ ਹੀ ਇਹਨਾਂ ਨੇ ਮੇਰੇ ਖਿਆਲ ਨੋਟੀਫਿਕੇਸ਼ਨ ਦਾ ਮੈਂ ਪੜ੍ਹਿਆ ਨਹੀਂ, ਅਜੇ ਤੱਕ ਨੋਟੀਫਿਕੇਸ਼ਨ ਜਾਰੀ ਤਾਂ ਨਹੀਂ ਕੀਤਾ ਸੀ, ਪਰ ਇਹਨਾਂ ਨੇ ਬੜਾ ਵੇਗ ਜਿਹਾ ਜਾਰੀ ਕੀਤਾ ਹੋਇਆ। ਹਜੇ ਤੱਕ ਕਿਸੇ ਬਾਰੇ ਕੁਝ ਨਹੀਂ ਹੋਇਆ, ਬੜੀ ਵੱਡੀ ਕਨਫਿਊਜ਼ਨ ਹੈ। ਉਹ ਤਾਂ ਜਦੋਂ ਬਿੱਲ ਆਣਗੇ, ਹਜੇ ਤੱਕ ਤਾਂ ਇਹ ਕਹਿੰਦੇ ਜੀ ਸਾਰਿਆਂ ਨੂੰ ਕਰਤਾ, ਤੇ ਨਾਲੇ ਪਿੱਛੇ ਜਦੋਂ ਇਹਨਾਂ ਦੇ ਆਪਣੀਆਂ ਸਟੇਟਮੈਂਟਸ ਨੇ ਵੀ ਭਾਈ ਜਿਹੜੇ ਕੋਈ ਜਨਰਲ ਵਰਗ ਚ ਨੇ 600 ਤੋਂ ਉੱਪਰ 601 ਹੋ ਜਾਊਗਾ ਤਾਂ ਅਸੀਂ ਸਾਰੇ ਪੈਸੇ ਲਵਾਂਗੇ। ਸੋ ਹਜੇ ਤੱਕ ਇਹ ਆਪ ਜ਼ਰੂਰ ਕਲੀਅਰ ਹੋਣਗੇ, ਪਰ ਲੋਕਾਂ ਨੂੰ ਭੰਬਲ ਭੂਸੇ ਚ ਪਾਇਆ ਜਾ ਰਿਹਾ। ਜਦੋਂ ਬਿੱਲ ਆਣਗੇ ਉਦੋਂ ਇਸ ਵਿਸ਼ੇ ਤੇ ਮੈਂ ਸਮਝਦਾ ਕਿ ਗੱਲ ਕੀਤੀ ਮੱਤੇਵਾੜੇ ਦੇ ਜੰਗਲਾਂ ਨੂੰ ਲੈ ਕੇ ਜਦੋਂ ਰਾਜਾ ਵੜਿੰਗ ਹੋਰੇ ਉੱਥੇ ਪਹੁੰਚਦੇ ਨੇ ਤਾਂ ਬੜਾ ਵਿਰੋਧ ਹੁੰਦਾ ਕਿ ਇਹ ਉਹੀ ਪਾਰਟੀ ਹੈ ਜਦੋਂ ਕੈਪਟਨ ਹੋਰਾਂ ਦੇ ਰਾਜ ਦੇ ਵਿੱਚ ਇਹੀ ਇੱਥੇ ਇੰਡਸਟਰੀ ਲਾਉਣ ਦੀ ਗੱਲ ਕਰਦੀ ਸੀ ਤੇ ਅੱਜ ਇਹੀ ਪਾਰਟੀ ਵਿਰੋਧ ਕਰ ਰਹੀ ਹੈ ਤੇ ਭਗਵੰਤ ਮਾਨ ਹੋਰਾਂ ਵੱਲੋਂ ਜਿਹੜਾ ਉਹ ਵਾਪਿਸ ਵੀ ਲੈ ਲਿਆ ਗਿਆ। ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖੋ, ਆਮ ਆਦਮੀ ਪਾਰਟੀ ਗੱਲਾਂ ਤਾਂ ਬਹੁਤ ਕਰਦੀ ਆ, ਔਰ ਜਦੋਂ ਸਾਡੀ ਸਰਕਾਰ ਸੀ, ਜਦੋਂ ਇਹ ਗੱਲ ਕਰਦੇ ਕਿ ਟੈਕਸਟਾਈਲ ਪ੍ਰੋਜੈਕਟ ਦੀ ਗੱਲ ਆਈ, ਜਦੋਂ ਇੰਡਸਟਰੀ ਲਗਾਉਣ ਦੀ ਗੱਲ ਆਈ, ਤਾਂ ਇਹਨਾਂ ਨੂੰ ਯਾਦ ਹੋਣਾ ਪਈ ਇਹਨਾਂ ਨੇ ਵਿਰੋਧ ਕੀਤਾ ਸੀ। ਭਗਵੰਤ ਮਾਨ ਜੀ ਉਦੋਂ ਵਿਰੋਧ ਚੀਮਾ ਸਾਹਿਬ, ਫਿਰ ਉਹੀ ਚੀਜ਼ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਦੋਂ ਉਹਨਾਂ ਨੇ ਵਿਰੋਧ ਕੀਤਾ ਤੇ ਉਹ ਅੱਜ ਹੱਕ 'ਚ ਹੋ ਗਏ, ਜਿਹੜੇ ਹੱਕ 'ਚ ਸੀ ਉਹ ਅੱਜ ਵਿਰੋਧੀ। ਅਸੀਂ ਉਹ ਨਹੀਂ ਗੱਲ ਕਰਦੇ, ਇਹ ਵਿਰੋਧ 'ਚ ਗਏ, ਇਹਨਾਂ ਨੇ ਵਿਰੋਧ ਕੀਤਾ। ਔਰ ਜਦੋਂ ਇਹ ਵਿਧਾਨ ਸਭਾ ਦੇ ਵਿੱਚ ਪ੍ਰੈਜ਼ੈਂਟ ਕਰ ਰਹੇ ਆ ਤਾਂ ਉਦੋਂ ਕਹਿੰਦੇ ਜੀ ਸਾਡੇ ਟੈਕਸਟਾਈਲ ਪ੍ਰੋਜੈਕਟ ਲਈ, ਟੈਕਸਟਾਈਲ ਪਾਰਕ ਲਈ ਜੀ ਅਸੀਂ ਤਾਂ ਸਾਡੇ ਜਿਹੜਾ ਵਿੱਤੀ ਸੈਂਕਸ਼ਨ, ਵਿੱਤੀ ਮਨਜ਼ੂਰੀਆਂ ਹੋ ਚੁੱਕੀਆਂ ਨੇ ਤੇ ਅਸੀਂ ਲਗਾਉਣ ਜਾ ਰਹੇ। ਮਤਲਬ ਤੁਹਾਨੂੰ ਇੰਨਾ ਵੀ ਯਾਦ ਨਹੀਂ ਵੀ ਤੁਸੀਂ ਇਹਦਾ ਵਿਰੋਧ ਕਰ ਰਹੇ ਸੀ। ਜਿਸ ਬੰਦੇ ਨੇ, ਜਿਹੜਾ ਸਾਡੇ ਉਦੋਂ CM ਸਾਹਿਬ, ਸਾਬਕਾ CM ਕੈਪਟਨ ਅਮਰਿੰਦਰ ਸਿੰਘ, ਉਹ ਤਾਂ ਅੱਜ ਵੀ ਸਟਿਕ ਟੂ ਕਰਦੇ ਨੇ। ਪਰ ਮੈਂ ਹਾਂ ਇਹਨਾਂ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜਿਹੜੀ ਟੈਕਸਟਾਈਲ ਜਿਹੜਾ ਪਾਰਕ ਹੈ ਉਹ ਜ਼ਰੂਰ ਲੱਗਣਾ ਚਾਹੀਦਾ, ਪਰ ਉਸ ਜਗ੍ਹਾ ਤੇ ਲੱਗਣਾ ਚਾਹੀਦਾ, ਕਿਉਂਕਿ ਪੰਜਾਬ ਨੂੰ ਅੱਜ ਰੋਜ਼ਗਾਰ ਦੀ ਵੀ ਜ਼ਰੂਰਤ ਹੈ, ਪੰਜਾਬ ਨੂੰ ਉਦਯੋਗ ਦੀ ਵੀ ਜ਼ਰੂਰਤ ਹੈ। ਜਿੱਥੇ ਕੋਈ ਵਾਟਰ ਬਾਡੀਜ਼ ਨਹੀਂ ਹੈ ਲਾਗੇ ਛਾਗੇ, ਜਿੱਥੇ ਕੋਈ ਜੰਗਲ ਨਹੀਂ ਹੈ, ਜਿੱਥੇ ਕੋਈ ਪਲੇਨਸ ਨੇ, ਉੱਥੇ ਜ਼ਰੂਰ ਇਹ ਟੈਕਸਟਾਈਲ ਪਾਰਕ ਜਿਹੜਾ ਉਹ ਬਿਲਕੁਲ ਲੱਗਣਾ ਚਾਹੀਦਾ ਪੰਜਾਬ ਦੇ ਵਿੱਚ, ਤਾਂ ਕਿ ਰੋਜ਼ਗਾਰ ਆ ਸਕੇ। ਉਦੋਂ ਜਦੋਂ ਉਹ ਜਿਹੜਾ ਲਗਾਇਆ ਜਾ ਰਿਹਾ ਸੀ ਤਾਂ ਉਹ ਸਾਰਾ ਕੈਪਟਨ ਦਾ ਸੀ ਜਾਂ ਕਾਂਗਰਸ ਪਾਰਟੀ ਦਾ ਵੀ ਉਸ 'ਚ ਕੋਈ? ਦੇਖੋ, ਮੁੱਖ ਮੰਤਰੀ ਦੇ ਜਿਹੜਾ ਮੁੱਖ ਮੰਤਰੀ ਦਾ ਫੈਸਲਾ ਹੈ, ਉਹ ਅੱਜ ਮੁੱਖ ਮੰਤਰੀ ਜਿਹੜਾ ਅੱਜ ਸਾਬਕਾ ਮੁੱਖ ਮੰਤਰੀ ਹੈ, ਉਹ ਅੱਜ ਵੀ ਆਪਣੇ ਫੈਸਲੇ ਨਾਲ ਖੜਾ ਹੈ। ਬੇਸ਼ੱਕ ਉਦੋਂ ਵੀ ਸਾਡੇ ਜਿਹੜੇ ਮਿਨਿਸਟਰ ਸੀਗੇ, ਜਾਂ ਸਰਦਾਰ ਪ੍ਰਗਟ ਸਿੰਘ ਜੀ ਸੀ, ਜਾਂ ਰਾਜਾ ਵੜਿੰਗ ਜੀ ਸੀ, ਉਹ ਇਸੇ ਕਰਕੇ ਉੱਥੇ ਗਏ ਵੀ ਉਦੋਂ ਵੀ ਉਹਨਾਂ ਨੇ ਉੱਥੇ ਉਹਨਾਂ ਦੀ ਮੀਟਿੰਗ ਦੇ ਵਿੱਚ ਜਿਹੜੀ ਲੋਕ ਉਹਨਾਂ ਦੀ ਜਿਹੜੀ ਮੀਟਿੰਗ ਹੋਈ ਹੈ, ਜਦੋਂ ਚਰਚਾ ਹੋਈ ਹੈ, ਤਾਂ ਉਦੋਂ ਵੀ ਉਹਨਾਂ ਨੇ ਵਿਰੋਧ ਕੀਤਾ ਵੀ ਜੰਗਲ ਆ, ਸੀ ਜੰਗਲਾਂ ਨੂੰ ਸਾਨੂੰ ਆਬਾਦ ਰੱਖਣਾ ਚਾਹੀਦਾ, ਇਹਨਾਂ ਨੂੰ ਸਾਨੂੰ ਸਗੋਂ ਹੋਰ ਜੰਗਲ ਲਾਣੇ ਚਾਹੀਦੇ, ਉਗਾਉਣੇ ਚਾਹੀਦੇ ਆ। ਸੋ ਇਸ ਕਰਕੇ ਇਹ ਗੱਲ ਕਹਿਣੀ, ਜੋ ਸਾਬਕਾ CM ਜੋ ਉਹਨਾਂ ਦਾ ਸਟੈਂਡ ਸੀ, ਉਹ ਅੱਜ ਵੀ ਸਟਿਕ ਟੂ ਨੇ। ਇਹ ਨਹੀਂ ਲੱਗਦਾ ਕਿ ਕਾਂਗਰਸ ਜਿਹੜਾ ਤਾਂ ਚੰਗਾ ਕੰਮ ਹੋ ਗਿਆ ਉਹ ਕਾਂਗਰਸ ਪਾਰਟੀ ਦਾ ਹੋ ਗਿਆ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ, ਤੇ ਜਿੱਥੇ ਕੁਝ ਗਲਤੀ ਹੋਗੀ ਉਹ ਕੈਪਟਨ ਸਾਹਿਬ ਦੇ ਸਿਰ? ਨਹੀਂ ਗਲਤੀ, ਦੇਖੋ ਗਲਤੀ ਕੈਪਟਨ ਸਾਹਿਬ ਜੇ ਟੈਕਸਟਾਈਲ ਪਾਰਕ ਦੀ ਗੱਲ ਕੀਤੀ ਹੈ, ਉਹ ਇੰਨਾ ਜ਼ਰੂਰ ਠੀਕ ਹੈ, ਟੈਕਸਟਾਈਲ ਪਾਰਕ ਲੱਗਣਾ ਚਾਹੀਦਾ, ਪਰ ਟੈਕਸਟਾਈਲ ਪਾਰਕ ਲਈ ਜਗ੍ਹਾ ਜਿਹੜੀ ਹੈ ਉਹਨੂੰ ਚੇਂਜ ਕੀਤਾ ਜਾ ਸਕਦਾ, ਉਹ ਪ੍ਰੋਜੈਕਟ ਵਾਪਸ ਨਾ ਜਾਵੇ। ਸਾਡੀ ਤਾਂ ਇਹ, ਕਿਉਂਕਿ ਜੇ ਪਿਛਲੀ ਸਰਕਾਰ ਨੇ ਕੁਝ ਹੋ ਸਕਦਾ, ਕੁਝ ਫੈਸਲੇ ਗਲਤ ਵੀ ਹੋ ਸਕਦੇ ਆ। ਜਿਹੜੇ ਟੈਕਸਟਾਈਲ ਪਾਰਕ ਲਗਾਉਣਾ ਇੱਕ ਅੱਛਾ ਫੈਸਲਾ, ਪਰ ਉਹ ਕਿੱਥੇ ਲਗਾਉਣਾ ਹੋ ਸਕਦਾ ਉਹ ਗਲਤ ਹੋ ਗਿਆ ਹੋਵੇ। ਉਹ ਹੁਣ ਲੋਕਾਂ ਨੇ ਬਦਲਾਅ ਦੇ ਨਾਂ ਤੇ ਜਿਹਨਾਂ ਨੂੰ ਲਿਆਂਦਾ, ਇਹ ਵੀ ਕਹਿੰਦੇ ਅਸੀਂ ਉੱਥੇ ਹੀ ਲਾਣਾ, ਤੇ ਬਾਅਦ ਚ 2 ਦਿਨਾਂ ਬਾਅਦ ਕਹਿੰਦੇ ਜੀ ਹਾਂ ਫਿਰ ਫਰਕ ਹੀ ਰਹਿ ਗਿਆ। 2 ਦਿਨਾਂ ਬਾਅਦ ਕਹਿੰਦੇ ਜੀ ਨਹੀਂ ਜੀ ਉਹ ਤਾਂ ਜੀ ਏਦਾਂ ਸੀ ਜੀ, ਉਹ ਪੁਰਾਣਾ ਕਾਂਗਰਸ।
ਬਾਅਦ ਚ ਕਾਂਗਰਸ ਤੇ ਪਾ ਦੇਣਾ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਵੀ ਟੈਕਸਟਾਈਲ ਪਾਰਕ ਜਿਹੜਾ ਹੈ ਉਹ ਜ਼ਰੂਰ ਲੱਗੇ, ਰਾਜਨੀਤੀ ਨਾ ਕਰਨ, ਲੋਕਾਂ ਦੇ ਲਈ ਕੰਮ ਕਰਨ। ਲੋਕਾਂ ਨੇ ਇਹਨਾਂ ਨੂੰ ਚੁਣ ਕੇ ਲਿਆਂਦਾ ਤੇ ਲੋਕਾਂ ਦੇ ਪੰਜਾਬੀਆਂ ਦੀ ਬਿਹਤਰੀ ਲਈ ਕੰਮ ਕਰਨ। ਜ਼ਮੀਨ ਸਾਨੂੰ ਵਿਧਾਨ ਸਭਾ ਲਈ ਦਿਓ, ਹਾਈ ਕੋਰਟ ਬਈ ਜਿੱਥੇ ਸਾਡੇ ਵਿਧਾਨ ਸਭਾ ਹੈ, ਹਾਈ ਕੋਰਟ ਸਾਡੀ ਜ਼ਮੀਨ ਹੀ ਹੈ। ਆਪਾਂ ਇਹਦਾ ਮਤਲਬ ਅਸੀਂ ਸੱਤਾ ਚ ਆਉਣ ਤੋਂ ਬਾਅਦ ਲੱਗਦਾ ਸਾਡੇ ਹੋਸ਼ ਹੀ ਉੜੇ ਹੋਏ ਨੇ, ਅਸੀਂ ਆਪਣੇ ਸੈਂਸਸ ਦੇ ਵਿੱਚ ਹੀ ਨਹੀਂ ਆ। ਔਰ ਉਸ ਤੋਂ ਬਾਅਦ ਤੁਸੀਂ ਦੇਖਿਆ ਸਿਕਿਉਰਿਟੀ ਕਵਰ ਜਦੋਂ ਹਟਾਇਆ ਤੇ ਕਿੱਡੇ ਵੱਡੇ ਨੁਕਸਾਨ ਹੋਏ ਆ, ਤੇ ਫਿਰ ਉਸ ਤੋਂ ਬਾਅਦ ਲਾਅ ਐਂਡ ਆਰਡਰ ਦੀ ਜੋ ਸਥਿਤੀ ਹੈ ਉਹ ਤੁਹਾਡੇ ਸਾਹਮਣੇ ਹੈ। ਸੋ ਜਿੱਥੇ ਹਾਲਾਤ ਚੱਬੇਵਾਲ ਸਾਹਿਬ, ਇੱਕ ਵਿਜੇ ਸਿੰਗਲਾ ਸਾਬਕਾ ਹੈਲਥ ਮਿਨਿਸਟਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਦੋਂ ਰਿਹਾਈ ਤੋਂ ਬਾਅਦ ਉਹ ਕਹਿ ਰਹੇ ਨੇ ਕਿ ਸਰਕਾਰਾਂ ਦੇ ਵਿੱਚ ਮੇਰੀ ਸਰਕਾਰ, ਮੇਰੀ ਪਾਰਟੀ ਮੇਰੀ ਆਪਣੀ ਹੈ, ਕਈ ਵਾਰ ਗਲਤਫਹਿਮੀ ਹੋ ਜਾਂਦੀ ਹੈ ਤਾਂ ਮੈਨੂੰ ਕੋਈ ਗੁੱਸਾ ਗਿਲਾ ਨਹੀਂ ਹੈਗਾ ਪਾਰਟੀ ਦੇ ਨਾਲ, ਉਸੇ ਤਰੀਕੇ ਦੇ ਨਾਲ ਜਿਹੜੇ ਮਾਨਸਾ ਦੇ ਹਲਕੇ ਦੇ ਕੰਮ ਨੇ ਉਹ ਕਰਦੇ ਰਵਾਂਗੇ। ਤੇ ਮੈਂ ਤਾਂ ਵਿਜੇ ਸਿੰਗਲਾ ਜੀ ਨੂੰ ਕਹਿਣਾ ਚਾਹੁੰਦਾ ਵੀ ਜੇ ਗਲਤਫਹਿਮੀ ਹੈ ਤਾਂ ਤੁਹਾਨੂੰ ਇਹ ਖੁੱਲ੍ਹ ਕੇ ਕਹਿਣਾ ਚਾਹੀਦਾ ਵੀ ਮੇਰੇ ਨਾਲ ਸਰਕਾਰ ਨੇ ਤਸ਼ੱਦਦ ਕੀਤਾ, ਮੇਰੇ ਨਾਲ ਜ਼ਿਆਦਤੀ ਕੀਤੀ ਹੈ। ਉਹ ਕਿਹੜਾ ਕੇਸ ਹੁੰਦਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਵਿੱਚ ਜਿੱਥੇ ਤੁਹਾਡੇ ਕੈਸ਼ ਦੀ ਰਿਕਵਰੀ ਨਾ ਹੋਵੇ? 1% ਕਮਿਸ਼ਨ ਹੋਇਆ ਜੀ, ਉਸ ਦੀ ਆਡੀਓ ਕਿਤੇ ਅੱਜ ਤੱਕ ਅਵੇਲੇਬਲ ਨਹੀਂ। ਇਹ ਸਾਰੇ ਕੇਸ ਨੂੰ ਲੈ ਕੇ ਤਾਂ ਇਹਨਾਂ ਨੂੰ ਝਾੜ ਪਾਈ ਵੀ ਤੁਸੀਂ ਭਾਈ ਇਹ ਡਰਾਮੇ ਕਿਉਂ ਕਰ ਰਹੇ ਹੋ। ਇਹ ਇੱਕ ਮਹਿਜ਼ ਡਰਾਮਾ ਇਸ ਕਰਕੇ ਰਚਿਆ ਸੀ ਵੀ ਦੇਖੋ ਜੀ ਇਹਨਾਂ ਦੀ ਲਾਅ ਐਂਡ ਆਰਡਰ ਦੇ ਵਿੱਚ ਇੰਨੀ ਥੂ ਹੋ ਚੁੱਕੀ ਸੀ, ਇੰਨੇ ਹਾਲਾਤ ਖਰਾਬ ਹੋ ਚੁੱਕੇ ਸੀ। ਉੱਤੋਂ ਜਿਹੜਾ ਇਲੈਕਸ਼ਨ ਸੀ ਸੰਗਰੂਰ ਦਾ ਜਿਹੜੀ ਉਪ ਚੋਣ ਹੈ ਉਹ ਸਿਰ ਤੇ ਸੀ, ਔਰ ਇਹਨਾਂ ਨੇ ਸੋਚਿਆ ਵੀ ਚਲੋ ਇੱਕ ਕਾਂ ਮਾਰ ਕੇ ਆਪਣੇ ਟੰਗ ਦਈਏ, ਇਸ ਤੋਂ ਪਹਿਲਾਂ ਕਿ ਲੋਕ ਕਹਿਣ ਵੀ ਹਾਂ ਵੀ ਬਹੁਤ ਵੱਡਾ ਕੰਮ ਕੀਤਾ। ਔਰ ਹੋਇਆ ਇਹ, ਉਹ ਬਦਕਿਸਮਤੀ ਇਹਨਾਂ ਦੀ, ਜਾਂ ਕਹਿ ਲਓ ਪੰਜਾਬ ਦੀ ਬਦਕਿਸਮਤੀ, ਦੁਨੀਆ ਦੀ ਬਦਕਿਸਮਤੀ, ਸਿੱਧੂ ਮੂਸੇਵਾਲਾ ਜੀ ਦਾ ਜੋ ਉਸ ਤੋਂ ਬਾਅਦ ਜਿਸ ਤਰ੍ਹਾਂ ਕਤਲ ਹੋਇਆ ਬੇਰਹਿਮੀ ਦੇ ਨਾਲ, ਉਸ ਤੋਂ ਬਾਅਦ ਇਹ ਬਿਲਕੁਲ ਹੀ ਫਿਰ ਜਿਹੜੇ ਇਹਨਾਂ ਨੇ ਇਹ ਸਕੀਮ ਇਹ ਲਗਾਈ ਵੀ ਸੀ, ਛੜਯੰਤਰ ਰਚਿਆ ਸੀ, ਉਹ ਛੜਯੰਤਰ ਬੁਰੀ ਤਰ੍ਹਾਂ ਫੇਲ ਹੋਇਆ। ਸੋ ਇੱਕ ਮਹਿਜ ਛੜਯੰਤਰ ਕੀਤੇ ਜਾ ਰਿਹਾ, ਭ੍ਰਿਸ਼ਟਾਚਾਰ ਜੀ ਅਸੀਂ ਜੀ ਫੜ ਲਿਆ। ਤੇ ਫਿਰ ਜੇ ਤੁਸੀਂ ਫੜਨਾ ਹੀ ਸੀ, ਫਿਰ ਜੇ ਉਹਨੇ 1% ਕਮਿਸ਼ਨ ਦੀ ਗੱਲ ਕੀਤੀ ਸੀ, ਫਿਰ ਕੈਸ਼ ਲੈ ਲੈਣ ਦਿੰਦੇ ਉਹਨੂੰ, ਫਿਰ ਪੱਕੇ ਪੈਰੀ ਪੱਕਾ ਕੇਸ ਬਣਾ ਕੇ ਉਹਨੂੰ ਫੜਦੇ। ਸਿਰਫ ਇੱਕ ਤੁਸੀਂ ਦੇਖਿਓ ਉਹ ਦਿਨ ਦੂਰ ਨਹੀਂ ਆ ਸਿੰਗਲਾ ਜੀ ਮੰਡੀ ਬੋਰਡ ਦੇ ਚੇਅਰਮੈਨ ਹੋਣਗੇ, ਇਹਨਾਂ ਨੂੰ ਕਿਤੇ ਨਾ ਕਿਤੇ ਕੈਬਨਿਟ ਰੈਂਕ ਤੇ ਐਡਜਸਟ, ਉਹ ਤਾਂ ਵਿਚਾਰੇ ਨੇ ਕੁਰਬਾਨੀ ਦਿੱਤੀ ਆ, ਇਹਨਾਂ ਨੇ ਉਹਦੀ ਕੁਰਬਾਨੀ ਲਈ। ਉਹਦਾ ਕਹਿ ਰਹੇ ਤੁਸੀਂ ਜਿਸ ਨੂੰ ਕਾਂ ਕਹਿ ਰਹੇ ਹੋ, ਕਾਂ ਉਹਨਾਂ ਦੇ ਹੱਕ 'ਚ ਕਿਉਂ ਬੋਲੀ ਜਾਂਦਾ? ਉਹ ਕਾਂ ਫਿਰ ਕਈ ਵਾਰੀ ਕਾਂ ਨੂੰ ਆਸ ਹੁੰਦੀ ਹੈ ਵੀ ਕਿਤੇ ਮੰਡੀ ਬੋਰਡ ਦਾ ਸ਼ਾਇਦ ਮੈਨੂੰ ਕਿਤੇ ਚੇਅਰਮੈਨ ਬਣਾ ਹੀ ਦੇਣ, ਉਹ ਕਿਤੇ ਹੋਰ ਆਸ 'ਚ ਨੇ। ਉਹਨਾਂ ਨੂੰ ਦੱਸਿਆ ਪਹਿਲੇ ਵੀ ਅਸੀਂ ਵੀ ਭਾਈ ਤੁਹਾਡੇ ਨਾਲ ਆਹ ਜਿਹੜਾ ਇਹ ਬਿਲਕੁਲ ਛੜਯੰਤਰ ਰਚਿਆ ਗਿਆ। ਪਰ ਇਹ ਪੰਜਾਬੀ ਜਿਹੜੇ ਆ, ਪੰਜਾਬੀ ਦੇ ਵਿੱਚ ਵੀ ਹਲੇ ਤੱਕ ਨਹੀਂ ਬਰਖਾਸਤ। ਪੰਜਾਬੀ ਦੇਖੋ ਬਹੁਤ ਜਾਗਰੂਕ ਨੇ, ਪੰਜਾਬੀ ਇੰਨੇ ਜਾਗਰੂਕ ਨੇ, ਪੰਜਾਬੀਆਂ ਨੇ ਦੱਸਤਾ ਵੀ ਤੁਸੀਂ ਛੜਯੰਤਰ ਜਿਹੜਾ ਮਰਜ਼ੀ ਰਚੋ, ਅਸੀਂ ਕੰਮ ਤੁਹਾਡੇ ਜੋ ਤੁਸੀਂ ਕੰਮ ਕੀਤਾ ਤੁਹਾਨੂੰ ਉਸ ਦੇ ਹਿਸਾਬ ਦੇ ਨਾਲ ਅਸੀਂ ਤੁਹਾਨੂੰ ਵੋਟ ਕਰਾਂਗੇ। ਔਰ 100 ਦਿਨ 'ਚ ਲੋਕਾਂ ਨੇ ਦੱਸਤਾ ਵੀ ਉੱਥੇ ਭਾਵੇਂ ਇਹਨਾਂ ਨੇ ਉੱਥੇ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ, ਆਪਣਿਆਂ ਤੋਂ ਮੁਹਿੰਮ ਸ਼ੁਰੂ ਕੀਤੀ ਸੀ, ਪਰ ਲੋਕਾਂ ਨੇ ਉਸ ਨੂੰ ਵੀ ਨਕਾਰ ਦਿੱਤਾ ਔਰ ਬੁਰੀ ਤਰ੍ਹਾਂ ਦੇ ਨਾਲ ਉੱਥੇ ਹਾਰੇ। ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਕੈਮਰਾਮੈਨ ਅਮਨ ਦੇ ਨਾਲ ਮੈਂ ਸ਼ਸ਼ਮ ਨਾਗਰਾ, ਧੰਨਵਾਦ।